ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ। ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ। ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ। ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ। ਸੰਤ ਤਿਸ ਬਿਨ ਅਵਰ ਨਾ ਕੋਈ ਕਾਰਨ ਕਾਰਨ ਪ੍ਰਭ ਸੋਈ। ਰਹਾਉ ਪ੍ਰਭ ਆਪਣਾ ਵਰ ਦੀਨੇ ਸਗਲ ਜੀ ਵਸ ਕੀਨੇ। ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ। ਪ੍ਰਭ ਆਪਣਾ ਵਰ ਦੀਨੇ ਸਗਲ ਜੀ ਵਸ ਕੀਨੇ। ਜਨ ਨਾਨਕ ਨਾਮ ਧਿਆਇਆ ਤਾ ਸਗਲੇ ਦੁਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ। ਕਛ ਕਛੁ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ। ਭੂਖਤ ਹੈ ਜਲ ਮੈਂ ਥਲ ਮੈਂ ਫਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ।
ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਭ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਫਰਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 626 ਤੇ ਸੁਸ਼ੋਭਿਤ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ, ਸੰਤੋ ਤਿਸ ਬਿਨ ਆਵਰ ਨਾ ਕੋਈ, ਕਰਨ ਕਾਰਨ ਪ੍ਰਭ ਸੋਈ। ਕਿ ਹੇ ਸੰਤ ਜਨੋ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਤੋਂ ਬਗੈਰ ਇਸ ਸੰਸਾਰ ਦੇ ਵਿੱਚ ਹੋਰ ਦੂਸਰਾ ਕੋਈ ਨਹੀਂ ਹੈ। ਕਰਨ ਵਾਲਾ ਅਤੇ ਜੋ ਕਾਰਨ ਹੈ ਅਤੇ ਜੋ ਕਰਤਾ ਹੈ ਉਹ ਵਾਹਿਗੁਰੂ ਪਰਮੇਸ਼ਰ ਸਾਰਾ ਕੁਝ ਆਪ ਹੀ ਹੈ। ਕਿਉਂਕਿ ਇਹ ਪੁੱਗੀ ਹੋਈ ਅਵਸਥਾ ਵਾਲਿਆਂ ਨੂੰ, ਗੁਰਮੁਖਾਂ ਨੂੰ, ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸੰਬੋਧਨ ਕੀਤਾ ਹੈ। ਇਹ ਪੂਰਨ ਮਹਾਂਪੁਰਸ਼ਾਂ ਦੀ, ਗੁਰਮੁਖਾਂ ਦੀ ਇੱਕ ਦ੍ਰਿਸ਼ਟੀ ਹੁੰਦੀ ਹੈ। ਜਿੱਧਰ ਜਿੱਧਰ ਵੀ ਉਹ ਦ੍ਰਿਸ਼ਟੀ ਮਾਰਦੇ ਹਨ, ਉਧਰ ਉਧਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਿਖਾਈ ਦਿੰਦੀ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਔਰ ਸਤਿਗੁਰਾਂ ਨੇ ਅਨੇਕ ਥਾਵਾਂ ਤੇ ਇਹ ਭਾਵ ਦਰਸਾਇਆ ਹੈ। ਜਲ ਥਲ ਮਹੀਅਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਕਿਉਂਕਿ ਵਿਦਵਾਨ ਮਹਾਂਪੁਰਸ਼ਾਂ ਦਾ ਕਥਨ ਹੈ ਕਿ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ। ਉਹਨਾਂ ਵਾਸਤੇ ਕੋਈ ਮਿੱਤਰ ਨਹੀਂ ਰਹਿ ਜਾਂਦਾ, ਉਹਨਾਂ ਵਾਸਤੇ ਕੋਈ ਦੁਸ਼ਮਣ ਨਹੀਂ ਰਹਿ ਜਾਂਦਾ। ਮਿੱਤਰ ਸੱਤਰ ਜਾ ਕੇ ਏਕ ਸਮਾਨੈ। ਕਿਉਂਕਿ ਜਿਨ੍ਹਾਂ ਸਤਿਗੁਰਾਂ ਦਾ ਇਹ ਫਰਮਾਨ ਹੈ, ਜਿਨ੍ਹਾਂ ਦੇ ਨਜ਼ਦੀਕ ਹੀ ਸ਼ਹੀਦੀ ਦਿਹਾੜੇ ਵੀ ਆ ਰਹੇ ਹਨ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਹੀ ਅੰਮ੍ਰਿਤਮਈ ਬਚਨ ਹਨ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਕਹਿੰਦੇ ਹੁਣ ਸਾਡੇ ਵਾਸਤੇ ਕੋਈ ਦੁਸ਼ਮਣ ਨਹੀਂ, ਕੋਈ ਮਿੱਤਰ ਨਹੀਂ, ਸਾਡੇ ਵਾਸਤੇ ਸਾਰੇ ਇੱਕ ਸਮਾਨ ਹਨ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੇ ਅਕਾਲ ਉਸਤਤ ਦੇ ਵਿੱਚ ਵੀ ਬਹੁਤ ਸੁੰਦਰ ਫਰਮਾਇਆ ਹੈ।
ਸਤਿਗੁਰੂ ਜੀ ਜ਼ਿਕਰ ਕਰਦੇ ਹਨ, ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਿਉਂਕਿ ਕਹਿਣ ਨੂੰ ਤਾਂ ਆਪਾਂ ਸਾਰੇ ਕਹਿ ਦਿੰਦੇ ਹਾਂ ਜੀ, ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ। ਵਾਕਿਆ ਹੀ ਜੇ ਸਾਡੀ ਇਸ ਤਰ੍ਹਾਂ ਦੀ ਹਾਲਤ ਹੋਵੇ, ਸਾਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦਿਖਾਈ ਦੇਵੇ, ਫਿਰ ਈਰਖਾ ਦਾ ਨਾਮੋ ਨਿਸ਼ਾਨ ਮਿਟ ਜਾਵੇ, ਫਿਰ ਦਿਵਾਸ਼ ਦਾ ਨਾਮੋ ਨਿਸ਼ਾਨ ਮਿਟ ਜਾਵੇ, ਫਿਰ ਹਉਮੈ ਹੰਕਾਰ ਮਨੁੱਖ ਦੇ ਜੀਵਨ ਦੇ ਵਿੱਚ ਦਿਖਾਈ ਨਾ ਦੇਵੇ। ਜੇ ਸੱਚੀ ਮੁੱਚੀ ਸਾਨੂੰ ਇਸ ਗੱਲ ਦੀ ਸਮਝ ਪੈ ਜਾਵੇ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਕਿਧਰੇ ਤਾਂ ਤੂੰ ਬੜਾ ਸੁਚੇਤ ਹੈ, ਹਰ ਕੰਮ ਬੜੀ ਇਕਾਗਰਤਾ ਦੇ ਨਾਲ, ਬੜੇ ਧਿਆਨ ਦੇ ਨਾਲ ਉਹਨਾਂ ਜੀਵਾਂ ਦੇ ਵਿੱਚ ਵਰਤ ਕੇ ਕਰਦਾ ਹੈ, ਬੜਾ ਸੁਚੇਤ ਹੈ। ਟਾਈਮ ਟੇਬਲ ਬਣਾਇਆ ਹੁੰਦਾ ਹੈ ਸਿਆਣੇ ਪੁਰਸ਼ਾਂ ਨੇ, ਕਿੰਨੇ ਵਜੇ ਸੌਣਾ, ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਭੋਜਨ ਛਕਣਾ, ਕਾਰ ਵਿਹਾਰ ਕਿਵੇਂ ਕਿਵੇਂ ਕਰਨੇ, ਬੜੇ ਸੁਚੇਤ ਹੋ ਕੇ ਚੱਲਦੇ ਹਨ। ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਪਰ ਕਹਿੰਦੇ ਹੈ ਪ੍ਰਭੂ, ਕਿਧਰੇ ਤਾਂ ਤੂੰ ਇੰਨਾ ਅਚੇਤ ਹੈ, ਐਸੇ ਐਸੇ ਜੀਵਾਂ ਦੇ ਵਿੱਚ ਵੀ ਤੇਰੀ ਜੋਤ ਹੈ ਕਿ ਜਿਹੜੇ ਸੁੱਤੇ ਹੀ ਉੱਠਦੇ ਨਹੀਂ ਹਨ। ਪਤਾ ਨਹੀਂ ਲੱਗਦਾ ਅੰਮ੍ਰਿਤ ਵੇਲਾ ਕਦੋਂ ਲੰਘ ਗਿਆ। ਇਹ ਜੀਵਨ ਦਾ ਮਨੋਰਥ ਕੀ ਹੈ? ਕੋਈ ਸੇਵਾ ਵੀ ਕਰਨੀ ਹੈ, ਕੋਈ ਸਿਮਰਨ ਵੀ ਕਰਨਾ ਹੈ, ਕੋਈ ਪ੍ਰਭੂ ਦਾ ਸ਼ੁਕਰਾਨਾ ਵੀ ਕਰਨਾ ਹੈ। ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਤਹੁ ਭਿਖਾਰੀ ਹੋਏ ਕੈ ਮਾਂਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ, ਜਿਹੜੇ ਮੰਗ ਰਹੇ ਹਨ ਉਹਨਾਂ ਦੇ ਵਿੱਚ ਕੋਈ ਹੋਰ ਪਰਮਾਤਮਾ ਨਹੀਂ, ਉਹਨਾਂ ਦੇ ਵਿੱਚ ਵੀ ਤੇਰੀ ਹੀ ਜੋਤ ਹੈ, ਤੂੰ ਹੀ ਵਸਦਾ ਹੈ। ਪੜ੍ਹਦੇ ਹਨ ਆਪਾਂ ਰਹਿਰਾਸ ਸਾਹਿਬ ਜੀ ਦੇ ਵਿੱਚ ਵੀ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਇਹ ਤੇਰੇ ਚੋਜ ਹਨ, ਇਹ ਤੇਰੀ ਲੀਲਾ ਹੈ, ਆਪਣੇ ਆਪਣੇ ਭਾਗ ਹਨ। ਕਿਸੇ ਨੂੰ ਮੰਗਣ ਵਾਲੇ ਪਾਸੇ ਲਗਾਇਆ ਹੋਇਆ ਹੈ, ਕਿਸੇ ਨੂੰ ਵੰਡਣ ਵਾਲੇ ਪਾਸੇ ਲਗਾਇਆ ਹੋਇਆ ਹੈ। ਇਹ ਤੇਰੀ ਲੀਲਾ ਹੈ, ਇਹ ਤੇਰੇ ਕੌਤਕ ਹਨ। ਕਤਹੁ ਭਿਖਾਰੀ ਹੋਏ ਕੇ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇਤ ਹੋ। ਕਿਧਰ ਤੂੰ ਬੜਾ ਵੱਡਾ ਦਾਨੀ ਬਣਿਆ ਬੈਠਾ ਹੈ, ਬੜਾ ਦਾਨ ਕਰਦਾ ਹੈ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ। ਕਿਧਰੇ ਜਿਹੜੇ ਬਿਲਕੁਲ ਨਿਰਤਨ ਹੁੰਦੇ ਹਨ, ਬਿਲਕੁਲ ਕੰਗਾਲ ਹੁੰਦੇ ਹਨ, ਉਹਨਾਂ ਨੂੰ ਤੁਸੀਂ ਰਾਜੇ ਬਣਾ ਦਿੰਦੇ ਹੋ, ਉੱਚੀਆਂ ਕਰ ਦਿੰਦੇ ਹੋ। ਜੇ ਕਿਸੇ ਦੀ ਭਾਵਨਾ ਹੋਵੇ, ਕਿਸੇ ਦੇ ਉੱਪਰ ਤੁਹਾਡਾ ਤਰਸ ਪੈ ਜਾਵੇ, ਜਿਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਜਿਹੜੇ ਰੋਲਦੇ ਸਨ, ਖੁੱਲਦੇ ਸਨ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੀ, ਜਿਨ ਕੀ ਬਰਨ ਜਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਨੂੰ ਸਰਦਾਰੀਆਂ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀਆਂ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੋ। ਅਤੇ ਕਹਿੰਦੇ ਜੇ ਕੋਈ ਪ੍ਰਭਤਾ ਪਾ ਕੇ ਰਾਜ ਪਾਠ ਨੂੰ ਪ੍ਰਾਪਤ ਕਰਕੇ ਹੰਕਾਰੀ ਹੋ ਜਾਵੇ ਨਾ, ਫਿਰ ਤੁਸੀਂ ਉਹਨਾਂ ਦੇ ਕੋਲੋਂ ਖੋਹ ਵੀ ਲੈਂਦੇ ਹੋ। ਇਹ ਵੀ ਤੁਹਾਡੇ ਵਿੱਚ ਸਮਰੱਥਾ ਹੈ, ਉਹਨਾਂ ਦੇ ਵਿੱਚ ਵੀ ਤੁਸੀਂ ਹੀ ਹੋ। ਕਿਉਂਕਿ ਬਚਨ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਕੀਤੇ ਹਨ
ਕਿ ਦਾਨੰ ਪਰਪੂਰ ਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਅੰ ਮਾਰਤ ਲੋਕੈ ਨਾਨਕ ਚਿਰੰ ਕਾਲ ਦੁਖ ਭੋਗਤੇ। ਕਹਿੰਦੇ ਜੇ ਰਾਜ ਪਾਠ ਪ੍ਰਾਪਤ ਕਰਕੇ ਕਿਸੇ ਦੀ ਵਿਪਰੀਤ ਬੁੱਧੀ ਹੋ ਜਾਵੇ ਨਾ, ਕੋਈ ਹੰਕਾਰੀ ਹੋ ਜਾਵੇ, ਫਿਰ ਉਹਨਾਂ ਦੇ ਕੋਲੋਂ ਤੁਸੀਂ ਖੋਹ ਵੀ ਲੈਂਦੇ ਹੋ। ਲੀਲਾ ਹੈ ਨਾ ਤੁਹਾਡੀ। कहूँ महाराजन को दीजत अनंत दान, कहूँ महाराजन ते शीन शित लेत हो। कहूँ वेद रीत, कहूँ तास्यों विपरीत, कहूँ त्रिगुण अतीत, कहूँ सुरगुण समेत हो। कहते सारे पासे तुहाडा ही जलवा है, सारे पासे तुसी ही हो। क्योंकि धन कलगीधर पातशाह महाराज जी ने इस विषय को बड़ा विस्तार पूर्वक बयान किया है, थोड़ा नहीं। को भयो मुंडिया सन्यासी, को जोगी भयो, को ब्रह्मचारी, को जति अनुमान बो। हिंदू तुर्क को राफजी इमाम साफी, मानस की जात सब एक पहचान बो। करता करीम सोई, राज करहीम ओई, दूसरो न भेद कोई, भूल परम मानबो। एक ही की सेव सब ही को गुरुदेव एक, एक ही स्वरूप सब एक जोत जानबो। फिर सतगुरु जी फरमाउंदे हन, कहूँ होए के हिंदुआ, गायत्री को गुप्त जपियो अकाल उस्तत। कहते हिंदू भी तुसी हो, गायत्री मंत्र नूं गुप्त जपण वाले, तुहाडी लीला है, तुहाडे कौतक हन। कहूँ होए के तुरका, पुकारे बांग देत हो। किधरे तुरक हो के उच्ची उच्ची तुसी बांगा भी देंदे, तुहाडा ही रूप है, तुहाडी ही जोत है उन्हां विच ही। भाव के जो ब्रह्म दृष्ट हुंदे हन, वो सम दृष्ट हुंदे हन। उन्हां दा किसे दे नाल कोई वैर भाव नहीं रह जाता, कोई ईर्खा द्वेष नहीं रह जाती। सतगुरु पातशाह महाराज श्री गुरु अर्जन देव महाराज साहब जी ये फरमा रहे हैं रहाउ दीआं पंक्तियां दे विच कि हे वाहिगुरु जी, हे संत जनों, ओ वाहिगुरु परमेश्वर कारण भी है अते करण भी है। जिस तरह संसार दे करते कोई वस्तु बना के उस वस्तु दे नालों आप अलग हो जाते हैं। किसी मुसव्वर ने जिवें कोई तस्वीर बनाई, वो तस्वीर बना के आप तस्वीर दे नालों अलग हो जाता है। घुमियार ने भांडा बनाया, आप भांडे दे नालों अलग हो जाता है, भांडा अलग हो जाता है। लोहार ने कोई लोहे की वस्तु बनाई, आप उस वस्तु तो अलग हो जाता है। पर कहते हो जो वाहिगुरु परमेश्वर है ना, जितनी भी रचना उस वाहिगुरु जी ने रची है, उस कान कान दे विच वाहिगुरु परमेश्वर आप समाया होया है। पर कहते गुरु तो बगैर, गुरु की कृपा तो बगैर वो दिखाई नहीं दे सकता, उसका जलवा नहीं देखा जा सकता। गुरु की मेहर के नाल ही देखा जा सकता हैगा, वो सारे पासे व्यापक है। भाई साहब भाई नंद लाल जी भी फरमाते हैं, दिल अगर दाना बवाद अंदर किनार सियार हस्त है। कहते जे तेरा दिल दाना है ना, सियाणा है, तो तेनू बाहरों लभण की लोड़ नहीं, तेनू अंदर ही परमात्मा का दीदार हो सकता है। श्री गुरु तेग बहादुर महाराज साहब जी, काहे रे बन खोजन जाई, सर्ब निवासी सदा अलेपा, तो ही संग समाई, पोप मद ज्यों बास बस्त है, मुकर माहे जैसे छाई, तैसे ही हर बसे निरंतर, घट ही खोजो भाई। कहते अपने अंदर की खोज करो।
ਸਹਿਜੇ ਸਹਿਜੇ ਅਵਗੁਣਾਂ ਨੂੰ ਹਟਾਉਂਦਿਆਂ ਉਸ ਵਾਹਿਗੁਰੂ ਜੀ ਦੀ ਜੋਤ ਦਾ ਜਲਵਾ ਦੇਖਿਆ ਜਾ ਸਕਦਾ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਤਾਂ ਨੂੰ ਸੰਬੋਧਨ ਕਰ ਰਹੇ ਹਨ, ਗੁਰਮੁਖਾਂ ਨੂੰ, ਅਤੇ ਸਾਰੀ ਲੁਕਾਈ ਵਾਸਤੇ ਇਹ ਉਪਦੇਸ਼ ਸਾਂਝਾ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਕਿਉਂਕਿ ਸੰਤ ਇਸ ਅਵਸਥਾ ਦੇ ਵਿੱਚ ਵਿਚਰਨ ਵਾਲੇ ਹੁੰਦੇ ਹਨ, ਤਾਂ ਕਰਕੇ ਸੰਤਾਂ ਨੂੰ ਸੰਬੋਧਨ ਕੀਤਾ ਹੈ। ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਹੈ, ਕਹਿ ਦੇਣਾ ਹੋਰ ਗੱਲ ਹੁੰਦੀ ਹੈ ਜੀ। ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ। ਇਸ ਨੂੰ ਅਨੁਭਵ ਕਰ ਲੈਣਾ ਹੋਰ ਗੱਲ ਹੁੰਦੀ ਹੈ। ਇਹ ਗੁਰਮੁਖ ਕਰ ਸਕਦੇ ਹਨ, ਸੰਤ ਕਰ ਸਕਦੇ ਹਨ। ਇਸ ਕਰਕੇ ਗੁਰਮੁਖਾਂ ਨੂੰ, ਸੰਤਾਂ ਨੂੰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸੰਬੋਧਨ ਕਰ ਰਹੇ ਹਨ। ਜਿਵੇਂ ਜਿਵੇਂ ਲੜੀਵਾਰ ਵਿਚਾਰ ਆ ਰਹੀ ਹੈ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਰਸਨਾ ਨੂੰ ਕਰੀਏ ਪਵਿੱਤਰ। ਇੱਕ ਵਾਰੀ ਸਾਰੀ ਸੰਗਤ ਮਿਲ ਕੇ ਜਪੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਹਨ। ਸੋਰਠ ਰਾਗ ਅੰਦਰ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਗੁਰ ਆਪਣੇ ਬਲਿਹਾਰੀ। ਇਹ ਜੋ ਕਣ ਕਣ ਦੇ ਵਿੱਚ ਪਰਮਾਤਮਾ ਦਾ ਦੀਦਾਰ ਕਰਨਾ ਹੈ, ਕਿਵੇਂ ਸੰਭਵ ਹੋ ਸਕਦਾ ਹੈ? ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹ ਸਭ ਗੁਰੂ ਦੀ ਕਲਾ ਵਰਤਦੀ ਹੈ, ਗੁਰੂ ਦੀ ਕਰਾਮਾਤ ਹੈ। ਇਹ ਗੁਰੂ ਦਾ ਪਰਉਪਕਾਰ ਹੈ ਜਿਹੜਾ ਜੀਵਨ ਜੁਗਤ ਬਖਸ਼ਦਾ ਹੈ। ਕਿਉਂਕਿ ਕਹਿੰਦੇ ਅੱਖਾਂ ਕੇਵਲ ਬਾਹਰ ਦੇਖ ਸਕਦੀਆਂ ਹਨ, ਪਰ ਸੁਰਤੀ ਦੇ ਨੇਤਰਾਂ ਦੇ ਨਾਲ ਅੰਦਰ ਦੇਖਿਆ ਜਾ ਸਕਦਾ ਹੈ। ਇਹ ਕਿਵੇਂ ਪ੍ਰਾਪਤ ਹੁੰਦੇ ਹਨ? ਇਹ ਗੁਰੂ ਦੀ ਮਿਹਰ ਦੇ ਨਾਲ ਪ੍ਰਾਪਤ ਹੁੰਦੇ ਹਨ। ਕੰਨ ਬਾਹਰ ਦੀ ਆਵਾਜ਼ ਸੁਣ ਸਕਦੇ ਹਨ, ਪਰ ਜਦ ਗੁਰੂ ਮਿਹਰ ਕਰਦਾ ਹੈ ਫਿਰ ਇਹ ਅੰਦਰ ਦੀ ਆਵਾਜ਼ ਨੂੰ ਸੁਣਨ ਦੇ ਵਿੱਚ ਸੰਭਵ ਹੁੰਦੇ ਹਨ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਹਿੰਦੇ ਅਸੀਂ ਗੁਰੂ ਤੋਂ ਬਲਹਾਰ ਜਾਂਦੇ ਹਾਂ, ਗੁਰੂ ਤੋਂ ਸਦਕੇ ਜਾਂਦੇ ਹਾਂ, ਕਿਉਂਕਿ ਸਾਰਾ ਗੁਰੂ ਦਾ ਪਰਉਪਕਾਰ ਹੈ। ਭਾਵੇਂ ਆਪਣੇ ਆਪਣੇ ਨਿਸ਼ਚੇ ਦੇ ਹਿਸਾਬ ਦੇ ਨਾਲ ਜੀਵ ਆਪਣੇ ਆਪਣੇ ਇਸ਼ਟ ਮਿਥ ਲੈਂਦੇ ਹਨ। ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਪੂਜਦਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਅਸਲ ਜੀਵਨ ਦਾ ਮਨੋਰਥ ਹੈ ਨਾ, ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਉਹ ਕਹਿੰਦੇ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ। ਇੱਛਾ ਹੋਵੇ ਅੰਬ ਖਾਣ ਦੀ, ਕਹਿੰਦੇ ਇਮਲੀ ਖਾ ਕੇ ਅੰਬ ਦੀ ਇੱਛਾ ਕਿਵੇਂ ਪੂਰੀ ਹੋਵੇ? ਇਮਲੀ ਨਾਲ ਨਹੀਂ ਗੱਲ ਬਣ ਸਕਦੀ। आम की सदर कत मिटत आंबली खाए, पिता को प्यार ना परोसी पै पाई है। ਜਿਹੜਾ ਪਿਆਰ ਪਿਤਾ ਦੇ ਸਕਦਾ ਹੈ, ਉਹ ਗੁਆਂਢੀ ਦੇ ਕੋਲੋਂ ਨਹੀਂ ਮਿਲ ਸਕਦਾ, ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦਾ। ਸਾਗਰ ਕੀ ਨਿਦ ਕਤ ਪਾਈਤ ਪੋਖਰ ਸੈ, ਦਿਨ ਕਰ ਸਰ ਜੋਤ ਦੀਪ ਨਾ ਪੁਜਾਈਐ। ਕਹਿੰਦੇ ਭਾਵੇਂ ਛੱਪੜ ਦੇ ਵਿੱਚ ਵੀ ਪਾਣੀ ਹੁੰਦਾ ਹੈ, ਸਾਗਰ ਦੇ ਵਿੱਚ ਵੀ ਪਾਣੀ ਹੁੰਦਾ ਹੈ, ਪਰ ਪਾਣੀ ਦੇ ਵਿੱਚ ਫਰਕ ਬਹੁਤ ਹੈ। ਚਲੋ ਕਿਸੇ ਦੇ ਕੋਲ ਥੋੜੀ ਬਹੁਤੀ ਕੋਈ ਬਰਕਤ ਹੋਵੇਗੀ, ਆਪਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਹੋਵੇਗੀ, ਪਰ ਕਹਿੰਦੇ ਇੱਕ ਪਾਸੇ ਛੱਪੜ, ਇੱਕ ਪਾਸੇ ਸਮੁੰਦਰ।
ਸਮੁੰਦਰ ਦੇ ਨਾਲ ਜੁੜਨਾ ਚਾਹੀਦਾ ਹੈ, ਛੱਪੜਾਂ ਦਾ ਤਿਆਗ ਕਰਨਾ ਚਾਹੀਦਾ ਹੈ। ਕਬੀਰ ਸਮੁੰਦ ਨਾ ਛੋੜੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੈ ਕੋਏ। ਡੰਬੀਆਂ ਪਖੰਡੀਆਂ ਦਾ ਤਿਆਗ ਕਰਨਾ ਚਾਹੀਦਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜਨਾ ਚਾਹੀਦਾ ਹੈ। ਇਹ ਸਮੁੰਦਰ ਦੀ ਤਰ੍ਹਾਂ ਹਨ। ਸਾਗਰ ਕੀ ਨਿਧ ਕਤ ਪਾਈਤ ਪੋਖਰ ਸੈ, ਕਿਉਂਕਿ ਕਹਿੰਦੇ ਜਿਹੜੇ ਕੀਮਤੀ ਰਤਨ ਹਨ ਉਹ ਤਾਂ ਸਮੁੰਦਰ ਦੇ ਵਿੱਚੋਂ ਹੀ ਪ੍ਰਾਪਤ ਹੋ ਸਕਦੇ ਹਨ, ਛੱਪੜਾਂ ਦੇ ਵਿੱਚੋਂ ਨਹੀਂ। ਛੱਪੜ ਦੇ ਵਿੱਚੋਂ ਕੇਵਲ ਡੱਡੀਆਂ ਮੱਛੀਆਂ ਲੱਭ ਸਕਦੀਆਂ ਹਨ, ਹੀਰੇ ਰਤਨ ਨਹੀਂ ਲੱਭ ਸਕਦੇ, ਕੀਮਤੀ ਰਤਨ ਨਹੀਂ ਲੱਭ ਸਕਦੇ। ਜਿਹੜੇ ਦੈਵੀ ਗੁਣ ਹਨ, ਜਿਹੜੇ ਰੱਬੀ ਗੁਣ ਹਨ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਰਤਨਾਂ ਦੀ ਤਰ੍ਹਾਂ ਹਨ। ਇਹ ਸਾਧ ਸੰਗਤ ਜੀ ਪੂਰੇ ਸਤਿਗੁਰ ਦੇ ਪਾਸੋਂ ਹੀ ਲੱਭ ਸਕਦੇ ਹਨ, ਹੋਰਨਾਂ ਦੇ ਕੋਲੋਂ ਨਹੀਂ ਲੱਭ ਸਕਦੇ। ਸਾਗਰ ਕੀ ਨਿਧ ਕਤ ਪਾਈਤ ਪੋਖਰ ਸੈ, ਦਿਨ ਕਰ ਸਾਰ ਜੋਤ ਦੀਪ ਨਾ ਪੁਜਾਈਐ। ਭਾਵੇਂ ਕਹਿੰਦੇ ਦੀਵੇ ਦਾ ਵੀ ਆਪਣਾ ਚਾਨਣਾ ਹੁੰਦਾ ਹੈ, ਪਰ ਕਿੱਥੇ ਸੂਰਜ ਕਿੱਥੇ ਦੀਵਾ। ਐਵੇਂ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਹਨ, ਸਾਰਿਆਂ ਤੋਂ ਸ਼੍ਰੋਮਣੀ ਹਨ, ਸਾਰਿਆਂ ਤੋਂ ਮਹਾਨ ਹਨ। ਸਾਗਰ ਕੀ ਨਿਧ ਕਤ ਪਾਈਤ ਪੋਖਰ ਸੈ, ਦਿਨ ਕਰ ਸਰ ਜੋਤ ਦੀਪ ਨਾ ਪੁਜਾਈਐ। ਇੰਦਰ ਬਰਖਾ ਸਮਾਨ ਨਾ ਆਨ, ਕੂਪ ਜਲ ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਕਹਿੰਦੇ ਚੰਦਨ ਵਰਗੀ ਖੁਸ਼ਬੂ ਪਲਾਸ ਦੇ ਬੂਟੇ ਦੇ ਵਿੱਚੋਂ ਕਿੱਥੋਂ ਆ ਸਕਦੀ ਹੈ। ਬੱਦਲਾਂ ਵਰਗੀ ਬਰਕਤ ਖੂਹਾਂ ਦੇ ਵਿੱਚੋਂ ਕਿੱਥੋਂ ਮਿਲ ਸਕਦੀ ਹੈ। ਖੂਹ ਕੇਵਲ ਤੇ ਕੇਵਲ ਲਾਗੇ ਪਾਸੇ ਦੀਆਂ 2 4 10 ਪੈਲੀਆਂ ਨੂੰ ਹੀ ਪਾਣੀ ਪਹੁੰਚਾ ਸਕਦਾ ਹੈ, ਜ਼ਿਆਦਾ ਨਹੀਂ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰ ਪੰਡਤਾਂ ਨੇ ਬੇਨਤੀ ਵੀ ਕੀਤੀ ਸੀ ਨਾ, ਸਤਿਗੁਰੂ ਪਾਤਸ਼ਾਹ ਜੀ ਬੜੇ ਬੜੇ ਧਾਰਮਿਕ ਗ੍ਰੰਥ ਸਨ, ਗੁਰੂ ਦੀ ਕੀ ਲੋੜ, ਗੁਰਬਾਣੀ ਦੀ ਕੀ ਲੋੜ। ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ। ਸਤਿਗੁਰੂ ਜੀ ਕਹਿੰਦੇ ਧਰਤੀ ਦੇ ਵਿੱਚ ਵੀ ਪਾਣੀ ਹੈਗਾ ਹੈ, ਖੂਹਾਂ ਦੇ ਵਿੱਚੋਂ ਵੀ ਪਾਣੀ ਕੱਢਿਆ ਜਾ ਸਕਦਾ ਹੈ, ਪਰ ਮੀਂਹ ਵਰਗੀ ਗੱਲ ਨਹੀਂ ਬਣ ਸਕਦੀ ਜਿਹੜੀ ਗੱਲ ਮੀਂਹ ਦੇ ਨਾਲ ਬਣਦੀ ਹੈ। ਗੁਰੂ ਨਾਨਕ ਦੀ ਕਲਾ ਸਾਧ ਸੰਗਤ ਜੀ ਮੀਂਹ ਦੀ ਤਰ੍ਹਾਂ ਵਰਦੀ ਹੈ, ਉੱਚੀਆਂ ਥਾਵਾਂ ਤੇ ਵੀ ਨੀਵੀਆਂ ਥਾਵਾਂ ਤੇ ਵੀ, ਸਾਰੇ ਪਾਸੇ ਹੀ। ਇੰਦਰ ਬਰਖਾ ਸਮਾਨ ਨਾ ਆਨ, ਕੂਪ ਜਲ ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਦੈ ਅਸਤ ਲਉ ਧਾਈਐ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਦੇ ਤੋਂ ਲੈ ਕੇ ਅਸਤ ਤੱਕ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ, ਜਿੱਥੋਂ ਤੱਕ ਮਰਜ਼ੀ ਭਰਮਣ ਕਰ ਲਈਏ, ਪਰ ਜਿਹੜੀ ਦਇਆਲਤਾ ਪੂਰੇ ਸਤਿਗੁਰ ਦੇ ਵਿੱਚ ਹੈ ਨਾ, ਉਹ ਹੋਰ ਕਿਤੇ ਨੂੰ ਨਹੀਂ ਮਿਲ ਸਕਦੀ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕਿਉਂਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਰਕਤਾਂ ਵਰਤ ਰਹੀਆਂ ਸਨ। ਸਤਿਗੁਰਾਂ ਦੀ ਬਰਕਤ ਦੇ ਨਾਲ ਭਾਈ ਭਗੀਰਥ ਸਿੱਖ ਬਣਿਆ, ਫਿਰ ਭਗੀਰਥ ਦੀ ਸੰਗਤ ਹੋਈ, ਅੱਗੋਂ ਫਿਰ ਮਨਸੁਖ ਸ਼ਾਹੂਕਾਰ ਸਿੱਖ ਬਣਿਆ। ਮਨਸੁਖ ਸ਼ਾਹੂਕਾਰ ਦੀ ਸੰਗਤ ਹੋਏ, ਫਿਰ ਰਾਜਾ ਸ਼ਿਵਨਾਭ ਸਿੱਖ ਬਣਿਆ। ਇਹ ਲੜੀ ਫਿਰ ਅੱਗੇ ਤੋਂ ਅੱਗੇ ਚੱਲਦੀ ਜਾਂਦੀ ਹੈ। ਜਦ ਰਾਜਾ ਸ਼ਿਵਨਾਭ ਮਨਸੁਖ ਸ਼ਾਹੂਕਾਰ ਦੇ ਕੋਲ ਜਾਂਦੇ ਹਨ,
ਮਨਸੁਖ ਸ਼ਾਹੂਕਾਰ ਜਦ ਰਾਜੇ ਸ਼ਿਵਨਾਭ ਦੇ ਕੋਲ ਜਾਂਦੇ ਹਨ ਸੰਗਲਾ ਦੀਪ, ਤਾਂ ਉਹਨਾਂ ਨੇ ਇਕਾਦਸ਼ੀ ਦਾ ਵਰਤ ਰੱਖਿਆ ਹੋਇਆ ਸੀ ਸਾਰੇ ਸ਼ਹਿਰ ਵਾਸੀਆਂ ਨੇ। ਪਰ ਮਨਸੁਖ ਸ਼ਾਹੂਕਾਰ ਜਿਹੜੇ ਸਨ ਉਹ ਆਪਣੇ ਹਿਸਾਬ ਦੇ ਨਾਲ ਆਪਣੀ ਜੀਵਨ ਦੀ ਕਿਰਿਆ ਚਲਾ ਰਹੇ ਸਨ। ਉਹ ਆਖਣ ਲੱਗੇ ਸਾਰਿਆਂ ਨੇ ਰੱਖਿਆ ਹੈ ਵਰਤ, ਤੁਸਾਂ ਕਿਉਂ ਨਹੀਂ ਰੱਖਿਆ? ਆਖਣ ਲੱਗੇ ਜਿਹੜੇ ਗੁਰਮੁਖ ਹੁੰਦੇ ਹਨ ਉਹ ਤਾਂ ਸਦਾ ਹੀ ਵਰਤ ਦੇ ਵਿੱਚ ਰਹਿੰਦੇ ਹਨ। ਪੜ੍ਹਦੇ ਆ ਨਾ ਆਪਾਂ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉ ਤਿਸ ਘੋਲ ਘੁਮਾਇਆ ਥੋੜਾ ਸਮੈ ਥੋੜਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਕਹਿੰਦੇ ਤੁਸੀਂ ਤਾਂ ਮਹੀਨੇ ਵਿੱਚ ਇੱਕ ਦਿਨ ਵਰਤ ਰੱਖਦੇ ਹੋ ਨਾ, ਗੁਰਮੁਖ ਸਦਾ ਹੀ ਵਰਤ ਦੇ ਵਿੱਚ ਰਹਿੰਦੇ ਹਨ, ਥੋੜਾ ਖਾਂਦੇ ਹਨ, ਥੋੜਾ ਸੌਂਦੇ ਹਨ, ਉਹਨਾਂ ਦਾ ਸਦਾ ਹੀ ਵਰਤ ਚੱਲਦਾ ਰਹਿੰਦਾ ਹੈ। ਤੁਸੀਂ ਇੱਕ ਵਰਤ ਦੀ ਕੀ ਗੱਲ ਕਰਦੇ? ਸਾਧ ਸੰਗਤ ਜੀ, ਫਿਰ ਮਨਸੁਖ ਸ਼ਾਹੂਕਾਰ ਨੇ ਗੁਰੂ ਘਰ ਦੀ ਮਹਿਮਾ ਦੱਸੀ ਰਾਜੇ ਸ਼ਿਵਨਾਭ ਨੂੰ। ਆਖਣ ਲੱਗੇ, ਰਾਜਨ, ਜਿਵੇਂ ਇੱਕ ਬਿਰਸ਼ ਨੂੰ ਸਿਖਰ ਤੇ ਫਲ ਲੱਗਾ ਹੈ ਨਾ, ਤੋ ਕਹਿੰਦੇ ਜੇ ਕੀੜੀ ਨੇ ਉਸ ਬਿਰਸ਼ ਦੇ ਫਲ ਤੱਕ ਅਪੜਨਾ ਹੈ ਨਾ, ਤਾਂ ਫਿਰ ਉਸ ਨੂੰ ਬੜਾ ਸਮਾਂ ਲੱਗਦਾ ਹੈ, ਸਹਿਜੇ ਸਹਿਜੇ ਜਾਵੇਗੀ। ਜੇ ਪੰਛੀ ਨੇ ਜਾਣਾ ਹੈ ਤਾਂ ਇੱਕਦਮ ਉਡਾਰੀ ਮਾਰ ਕੇ ਸਿਖਰ ਤੇ ਜਾ ਬੈਠੇਗਾ, ਇੱਕਦਮ, ਉਸ ਨੂੰ ਕੋਈ ਸਮਾਂ ਨਹੀਂ ਲੱਗਦਾ। ਕਹਿੰਦੇ ਆਪਣੀ ਜਗ੍ਹਾ ਤੇ ਤੁਸੀਂ ਚੰਗੇ ਹੋ, ਵਰਤ ਰੱਖਦੇ ਹੋ, ਪਰ ਰਾਜਾ ਸ਼ਿਵਨਾਭ ਇਹ ਕੀੜੀ ਦਾ ਰਸਤਾ ਹੈ, ਕੀੜੀ ਦਾ, ਕਿਸੇ ਦੀ ਨਿੰਦਾ ਨਹੀਂ ਕੀਤੀ ਗਈ, ਸਹਿਜੇ 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 ਸਹਿਜੇ। ਪਰ ਕਹਿੰਦੇ ਜਦੋਂ ਸਤਿਗੁਰੂ ਦਿਆਲ ਹੋ ਜਾਂਦੇ ਹਨ ਨਾ, ਸਤਿਗੁਰਾਂ ਦਾ ਘਰ, ਇੱਥੇ ਪੰਛੀ ਵਾਲੀਆਂ ਉਡਾਰੀਆਂ ਲਗਾਈਆਂ ਜਾਂਦੀਆਂ ਹਨ, ਪੰਛੀ ਵਾਲੀਆਂ। ਜਦ ਸਤਿਗੁਰੂ ਜੀ ਮਿਹਰਬਾਨ ਹੁੰਦੇ ਹਨ, ਕਿਸੇ ਤੇ ਦਿਆਲੂ ਹੋ ਜਾਂਦੇ ਹਨ, ਫਿਰ ਇੱਕਦਮ ਸਾਰੀਆਂ ਅਵਸਥਾਵਾਂ ਦੇ ਵਿੱਚੋਂ ਉਹਨਾਂ ਨੂੰ ਇੱਕਦਮ ਹੀ ਪਾਰ ਕਰ ਦਿੰਦੇ ਹਨ, ਸਿਖਰ ਤੇ ਜਾ ਕੇ ਬਿਠਾਲ ਦਿੰਦੇ ਹਨ। ਜਿਹੜੇ ਗੁਰੂ ਘਰ ਦੇ ਨਾਲ ਪਿਆਰ ਕਰਦੇ ਹਨ, ਗੁਰਮਰਿਆਦਾ ਦੇ ਨਾਲ ਪਿਆਰ ਕਰਦੇ ਹਨ, ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦੇ ਹਨ, ਐਸੀ ਵਡਿਆਈ ਹੈ ਸਤਿਗੁਰ ਦੇ ਘਰ ਦੀ। ਇਹ ਪੰਛੀ ਦਾ ਰਸਤਾ ਹੈ। ਤੋ ਸਾਧ ਸੰਗਤ ਜੀ, ਫਿਰ ਮਨਸੁਖ ਸ਼ਾਹੂਕਾਰ ਦੀ ਸੰਗਤ ਦੇ ਨਾਲ ਰਾਜਾ ਸ਼ਿਵਨਾਭ ਜਿਹੜਾ ਸੀ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣਿਆ। ਇਸ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਜਿਹੜੀਆਂ ਹਨ, ਇਹਨਾਂ ਨੂੰ ਪੜ੍ਹ ਕੇ, ਸੁਣ ਕੇ, ਸੁਣਾ ਕੇ ਸਾਨੂੰ ਵਿਸ਼ਵਾਸ ਬਣਾਉਣਾ ਚਾਹੀਦਾ ਹੈ, ਭਰੋਸਾ ਬਣਾਉਣਾ ਚਾਹੀਦਾ ਹੈ। ਘਾਟ ਇੱਥੇ ਕਿਸੇ ਗੱਲ ਨਹੀਂ, ਨਾ ਕੋਈ ਦੁਨਿਆਵੀ ਪਦਾਰਥ ਦੀ, ਨਾ ਕੋਈ ਅਧਿਆਤਮਕ ਬਰਕਤਾਂ ਦੀ ਘਾਟ ਹੈ। ਘਾਟ ਹੈ ਤਾਂ ਸਾਡੇ ਵਿਸ਼ਵਾਸ ਦੇ ਵਿੱਚ ਘਾਟ ਹੈ। ਆਪਾਂ ਵਿਸ਼ਵਾਸ ਹੀ ਨਹੀਂ ਕਰ ਪਾਉਂਦੇ ਸਤਿਗੁਰ ਦੇ ਘਰ ਦੇ ਵਿੱਚ, ਸਤਿਗੁਰਾਂ ਦੇ ਦਰ ਦੇ ਉੱਪਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਘਾਟ ਇੱਥੇ ਕਿਸੇ ਗੱਲ ਦੀ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਫਰਮਾ ਰਹੇ ਹਨ ਕਿ ਅਸੀਂ ਆਪਣੇ ਸਤਿਗੁਰਾਂ ਤੋਂ ਬਲਹਾਰ ਜਾਂਦੇ ਹਾਂ, ਜਗਿਆਸੂ ਰੂਪ ਹੋ ਕੇ ਫਰਮਾ ਰਹੇ ਹਨ। ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਕਿਉਂਕਿ ਸਤਿਗੁਰਾਂ ਵਰਗਾ ਹੋਰ ਕੋਈ ਪਰਉਪਕਾਰੀ ਨਹੀਂ। ਜਿਨਾ ਪੂਰਨ ਪੈਜ ਸਵਾਰੇ, ਕਿਉਂਕਿ ਜਿਹੜੇ ਸਤਿਗੁਰਾਂ ਨੇ ਸਾਡੀ ਪੂਰਨ ਤੌਰ ਤੇ ਪੈਜ ਰੱਖ ਲਈ ਹੈ, ਪੈਜ ਸਵਾਰ ਦਿੱਤੀ ਹੈ। ਕਿਉਂਕਿ ਲਾਜ ਕਹਿ ਲਈਏ ਜਾਂ ਪੈਜ ਕਹਿ ਲਈਏ, ਗੱਲ ਇੱਕ ਹੀ ਹੈ। ਜਿਨ੍ਹਾਂ ਨੂੰ ਸਤਿਗੁਰਾਂ ਦੇ ਹਜ਼ੂਰ ਬੇਨਤੀ ਕਰਨ ਦੀ ਜਾਚ ਆ ਜਾਂਦੀ ਹੈ, ਫਿਰ ਉਹਨਾਂ ਦੀ ਲਾਜ ਰਹਿੰਦੀ ਹੈ, ਸਤਿਗੁਰੂ ਜੀ ਆਪ ਰੱਖਦੇ ਹਨ।
ਜਿਵੇਂ ਭੱਟ ਸਾਹਿਬਾਨਾਂ ਨੇ ਸਾਨੂੰ ਬੇਨਤੀ ਕਰਨ ਦਾ ਵੱਲ ਸਿਖਾਇਆ ਹੈ ਨਾ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖ ਸਫਾਰੇ ਕਰ ਆਜ, ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ਼੍ਰੀ ਸਤਿਗੁਰ ਸੁਪ੍ਰਸੰਨ ਕਲ ਜੁਗ ਹੋਏ, ਰੱਖੋ ਦਾਸ ਭਾਟ ਕੀ ਲਾਜ। ਕਹਿੰਦੇ ਦਾਸ ਦੀ ਲਾਜ ਰੱਖੋ, ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਜਿਨ੍ਹਾਂ ਨੂੰ ਸ਼ਰਨ ਦੇ ਵਿੱਚ ਆਉਣ ਦੀ ਜਾਚ ਆ ਜਾਂਦੀ ਹੈ, ਫਿਰ ਸਤਿਗੁਰ ਉਹਨਾਂ ਦੀ ਲਾਜ ਰੱਖਦੇ ਹਨ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜੇ ਆਪਣੀਆਂ ਚਤੁਰਾਈਆਂ, ਆਪਣੀਆਂ ਚਲਾਕੀਆਂ, ਆਪਣੀਆਂ ਸਿਆਣਪਾਂ ਦਾ ਮਾਣ ਤਿਆਗ ਦਿੰਦੇ ਹਨ, ਗੁਰੂ ਦੀ ਓਟ ਲੈ ਲੈਂਦੇ ਹਨ, ਸਤਿਗੁਰੂ ਜੀ ਫਿਰ ਉਹਨਾਂ ਦੀ ਲਾਜ ਰੱਖਦੇ ਹਨ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਜ਼ਿਕਰ ਆਇਆ ਹੈ। ਭਾਈ ਮਰਦਾਨਾ ਜੀ ਬਾਰੰਬਾਰ ਭੁੱਲ ਜਾਂਦੇ ਸਨ, ਪਰ ਸਤਿਗੁਰਾਂ ਦੇ ਚਰਨਾਂ ਦੇ ਦਾ ਪਿਆਰ ਸੀ ਅਤੇ ਸਤਿਗੁਰਾਂ ਦੇ ਉੱਪਰ ਉਹਨਾਂ ਨੂੰ ਮਾਣ ਸੀ। ਬੜੀ ਵੱਡੀ ਗੱਲ ਹੁੰਦੀ ਹੈ ਗੁਰੂ ਦੇ ਉੱਪਰ ਮਾਣ ਕਰਨਾ। ਕਦੇ ਨੂਰ ਸ਼ਾਹ ਜਾਦੂਗਰ ਨੇ ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਲੈਂਦੀ ਹੈ, ਕਦੇ ਕੌਡਾ ਰਾਖਸ਼ ਭਾਈ ਮਰਦਾਨਾ ਜੀ ਨੂੰ ਪਕੜ ਕੇ ਤਪਦੇ ਹੋਏ ਕੜਾਏ ਦੇ ਵਿੱਚ ਪਾਉਣ ਲੱਗਦਾ ਹੈ। ਯਾਦ ਕਰਦਾ ਹੈ ਫਿਰ ਭਾਈ ਮਰਦਾਨਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਹੈ ਗੁਰਬਾਣੀ ਵਿੱਚ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਉਹ ਤਪਦਾ ਹੋਇਆ ਕੜਾਇਆ ਠੰਡਾ ਠਾਰ ਹੋ ਗਿਆ, ਸ਼ਾਂਤ ਹੋ ਗਿਆ। ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ। ਭਾਈ ਬਾਲਾ ਜੀ ਆਖਣ ਲੱਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ, ਭਾਈ ਮਰਦਾਨਾ ਜੀ ਨੂੰ ਫਸਿਆ ਰਹਿਣ ਦਿਓ, ਆਪ ਜੀ ਦੇ ਹੁਕਮ ਦੀ ਅਦੂਲੀ ਕਰਦਾ ਹੈ। ਤੁਸੀਂ ਕਿਹਾ ਨਾ ਜਾ, ਫਿਰ ਵੀ ਜਾਂਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਆਖਣ ਲੱਗੇ, ਸੁਣ ਸੁਰਤ ਬਾਲਾ ਬੁੱਧ ਵਿਸਾਲਾ, ਸੰਗ ਲਏ ਕੀ ਲਾਜ। ਕਹਿੰਦੇ, ਹੇ ਭਾਈ ਬਾਲਾ ਜੀ, ਤੂੰ ਬੜਾ ਸਿਆਣਾ ਹੈ। ਜਿਨ੍ਹਾਂ ਨੂੰ ਨਾਲ ਲੈ ਲਈਏ ਨਾ, ਉਹਨਾਂ ਦੀ ਫਿਰ ਲਾਜ ਰੱਖਣੀ ਪੈਂਦੀ ਹੈ। ਜਿਹੜੇ ਨਾਲ ਚੱਲ ਪੈਣ ਨਾ ਇੱਕ ਵਾਰੀ, ਫਿਰ ਸਤਿਗੁਰੂ ਜੀ ਉਹਨਾਂ ਨੂੰ ਡੋਲਣ ਨਹੀਂ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਪਾਣੀ ਕਾਠ ਨਾ ਡੋਬਈ, ਪਾਲੇ ਦੀ ਲੱਜੈ। ਕਹਿੰਦੇ ਪਾਣੀ ਦੇ ਵਿੱਚ ਸਾਰਾ ਕੁਝ ਡੁੱਬ ਜਾਂਦਾ ਹੈ, ਪਰ ਲੱਕੜ ਨਹੀਂ ਡੁੱਬਦੀ। ਲੱਕੜ ਨੂੰ ਡੋਬਦਾ ਹੀ ਨਹੀਂ, ਕਿਉਂਕਿ ਲੱਕੜੀ ਨੂੰ ਆਪ ਹੀ ਤਾਂ ਪਾਣੀ ਨੇ ਪਾਲਿਆ ਹੁੰਦਾ ਹੈ। ਜਿਹੜੇ ਸਿੱਖ ਨੂੰ ਆਪ ਸਤਿਗੁਰਾਂ ਨੇ ਪਾਲਿਆ ਹੋਵੇ, ਫਿਰ ਕਿੱਥੋਂ ਡੋਲਣ ਦਿੰਦੇ ਹਨ, ਕਿੱਥੋਂ ਡੁੱਬਣ ਦਿੰਦੇ ਹਨ। ਪਾਣੀ ਕਾਠ ਨਾ ਡੋਬਈ, ਪਾਲੇ ਦੀ ਲੱਜੈ, ਸਿਰ ਕਰਵਤਰ ਧਰਾਇ ਕੇ ਸਿਰ ਚੜਿਆ ਭੱਜੈ। ਕਹਿੰਦੇ, ਅਗਰੇ ਡੋਬੇ ਜਾਣ ਕੈ ਨਿਰਮੋਲਕ ਧੱਜੈ। ਭਾਈ ਸਾਹਿਬ ਜੀ ਕਹਿੰਦੇ, ਇੱਕ ਅਗਰ ਦੀ ਲੱਕੜੀ ਹੁੰਦੀ ਹੈ ਨਾ ਜਿਹੜੀ, ਉਸ ਨੂੰ ਪਾਣੀ ਜਾਣ ਬੁੱਝ ਕੇ ਡੋਬ ਦਿੰਦਾ ਹੈ। ਹੁਣ ਕਈ ਵਾਰੀ ਸਧਾਰਨ ਦ੍ਰਿਸ਼ਟੀ ਦੇ ਨਾਲ ਦੇਖਿਆ ਪ੍ਰਤੀਤ ਹੁੰਦਾ ਹੈ ਵੀ ਜਿਹੜੇ ਨਾਮ ਜਪਣ ਵਾਲੇ ਹਨ, ਸੇਵਾ ਸਿਮਰਨ ਕਰਨ ਵਾਲੇ ਹਨ ਜੀ, ਉਹ ਬੜੇ ਦੁਖੀ ਹਨ। ਅਸਲ ਵਿੱਚ ਸਾਡੀ ਦੇਖਣ ਵਾਲੀ ਦ੍ਰਿਸ਼ਟੀ ਨਹੀਂ ਹੁੰਦੀ, ਦੁਖੀ ਨਹੀਂ ਹੁੰਦੇ। ਕਿਉਂਕਿ ਵਿਦਵਾਨਾਂ ਦਾ ਕਥਨ ਹੈ ਕਿ ਲੋਹਾਰ ਲੋਹੇ ਨੂੰ ਸਾੜਨ ਵਾਸਤੇ ਭੱਠੀ ਦੇ ਵਿੱਚ ਨਹੀਂ ਸੁੱਟਦਾ, ਉਸ ਨੂੰ ਸਵਾਰਨ ਵਾਸਤੇ ਸੁੱਟਦਾ ਹੈ। ਸੁਨਿਆਰਾ ਕੁਠਾਲੀ ਦੇ ਵਿੱਚ ਸੋਨੇ ਨੂੰ ਸਾੜਨ ਵਾਸਤੇ ਨਹੀਂ ਸੁੱਟਦਾ, ਉਸ ਨੂੰ ਸਵਾਰਨ ਵਾਸਤੇ ਸੁੱਟਦਾ ਹੈ, ਉਸ ਨੂੰ ਕੁਠਾਲੀ ਦੇ ਵਿੱਚ ਪਾਉਂਦਾ ਹੈ।
ਇਸੇ ਤਰ੍ਹਾਂ ਕੋਈ ਲੱਕੜਹਾਰਾ ਲੱਕੜ ਨੂੰ ਚੀਰਦਾ ਹੈ, ਉਸ ਦਾ ਸੁੰਦਰ ਫਰਨੀਚਰ ਬਣਾਉਣ ਵਾਸਤੇ ਚੀਰਦਾ ਹੈ, ਐਵੇਂ ਨਹੀਂ ਚੀਰਦਾ। ਉਸ ਨੂੰ ਦੁਖੀ ਕਰਨ ਵਾਸਤੇ ਨਹੀਂ ਚੀਰਦਾ। ਭਾਈ ਸਾਹਿਬ ਜੀ ਕਹਿੰਦੇ, ਅਗਰੈ ਡੋਬੈ ਜਾਣ ਕੈ ਨਿਰਮੋਲਕ ਧੱਜੈ। ਕਹਿੰਦੇ ਚੰਦਨ ਦਾ ਮੁੱਲ ਹੀ ਉਦੋਂ ਪੈਂਦਾ ਹੈ ਜਦੋਂ ਉਹ ਅਗਰ ਦੀ ਲੱਕੜੀ ਜਦ ਡੁੱਬਦੀ ਹੈ ਨਾ, ਫਿਰ ਵਪਾਰੀ ਲੋਕ ਆਖਦੇ ਹਨ ਵੀ ਹੁਣ ਇਹ ਕੀਮਤੀ ਹੈ, ਇਹ ਡੁੱਬ ਗਿਆ। ਜੇ ਡੁੱਬੇ ਨਾ ਫਿਰ ਉਹ ਕੀਮਤੀ ਨਹੀਂ ਮੰਨਿਆ ਜਾਂਦਾ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੈ। ਕਹਿੰਦੇ ਖੱਬੇ ਸੱਜੇ ਦੀਆਂ ਵਾਧੂ ਦੀਆਂ ਵਿਚਾਰਾਂ ਛੱਡ ਕੇ ਵੀ ਪਤਾ ਨਹੀਂ ਗੁਰੂ ਦੇ ਮਾਰਗ ਦੇ ਉੱਪਰ ਚੱਲੇ ਘਾਟਾ ਹੀ ਨਾ ਪੈ ਜਾਵੇ। ਜੇ ਝੂਠ ਬੋਲਣਾ ਬੰਦ ਕਰ ਦਿੱਤਾ, ਕਿਧਰੇ ਦੁਕਾਨਦਾਰੀ ਨਾ ਬੰਦ ਹੋ ਜਾਵੇ। ਕਹਿੰਦੇ ਇਸ ਤਰ੍ਹਾਂ ਦੇ ਵਹਿਮ ਛੱਡ ਦਿਓ। ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੈ। ਗੁਰਮੁਖ ਦੇ ਮਾਰਗ ਦੇ ਉੱਪਰ, ਗੁਰਮਤਿ ਦੇ ਮਾਰਗ ਦੇ ਉੱਪਰ ਚੱਲਣਾ ਚਾਹੀਦਾ ਹੈ। ਸਤਿਗੁਰੂ ਜੀ ਲਾਜ ਰੱਖਦੇ ਹਨ, ਦੁਨੀਆਂ ਬਰਕਤਾਂ ਪੈਂਦੀਆਂ ਹਨ। ਔਰ ਜਿਹੜੇ ਆਪਣੇ ਹੁੰਦੇ ਹਨ, ਕਿਉਂਕਿ ਆਪਣੇ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਕਰਕੇ ਜਾਣਿਆ, ਗੁਰੂ ਨੂੰ ਆਪਣਾ ਕਰਕੇ ਬਚਨ ਆਏ ਹਨ ਅਤੇ ਪਰਮੇਸ਼ਰ ਨੂੰ ਆਪਣਾ ਕਰਕੇ ਬਚਨ ਆਏ ਹਨ। ਕਿਧਰੇ ਗੁਰੂ ਦੇ ਨਾਲ ਸਾਡੀ ਆਪਣਤ ਜੁੜ ਜਾਵੇ ਵੀ ਗੁਰੂ ਮੇਰਾ ਹੈ, ਕਿਧਰੇ ਆਪਾਂ ਮਾਣ ਦੇ ਨਾਲ ਕਹਿ ਸਕੀਏ, ਕਹਿ ਦਿੰਦੇ ਹਨ ਮੇਰਾ ਪੁੱਤਰ, ਮੇਰੀ ਧੀ, ਮੇਰਾ ਮਾਤਾ ਪਿਤਾ, ਮੇਰੀ ਜ਼ਮੀਨ, ਸਾਰਾ ਕੁਝ ਮੇਰਾ। ਕਿਧਰੇ ਜੀਵ ਇੰਨਾ ਕਹਿਣਾ ਸਿੱਖ ਜਾਵੇ ਵੀ ਮੇਰਾ ਗੁਰੂ, ਆਪਣਤ ਜੁੜ ਜਾਵੇ ਨਾ ਗੁਰੂ ਦੇ ਨਾਲ, ਫਿਰ ਸਤਿਗੁਰੂ ਜੀ ਲਾਜ ਰੱਖਦੇ ਹਨ। ਮੇਰਾ ਪ੍ਰਭੂ, ਕਿਧਰੇ ਜੀਵ ਇੰਨੀ ਭਾਵਨਾ ਬਣਾ ਲਵੇ, ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਤੋ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜਿਹੜੇ ਸਤਿਗੁਰੂ ਨੇ ਸਾਡੀ ਪੂਰਨ ਤੌਰ ਤੇ ਪੂਰੀ ਦੀ ਪੂਰੀ ਪੈਜ ਸਵਾਰ ਦਿੱਤੀ ਹੈ, ਕੋਈ ਕੰਮ ਵੀ ਅਧੂਰਾ ਨਹੀਂ ਰਿਹਾ। ਐਸੀ ਬਰਕਤ ਸਾਨੂੰ ਦੇ ਦਿੱਤੀ ਹੈ, ਜਿਸ ਬਰਕਤ ਦੇ ਮਿਲਦਿਆਂ ਇਹ ਸਾਨੂੰ ਸਾਰੀ ਹੀ ਬਰਕਤ, ਸਾਰੇ ਹੀ ਕਾਰਜ ਜਿਹੜੇ ਹਨ ਉਹ ਸਿੱਧ ਹੋ ਗਏ, ਰਾਸ ਹੋ ਗਏ ਹਨ। ਮਨ ਚਿੰਦਿਆ ਫਲ ਪਾਇਆ। ਜੋ ਮਨ ਦੇ ਵਿੱਚ ਚਿਤਵਿਆ ਸੀ, ਜਿਹੜੀਆਂ ਮਨ ਦੀਆਂ ਇੱਛਾਵਾਂ ਸਨ, ਉਹ ਫਲ ਸਾਨੂੰ ਪ੍ਰਾਪਤ ਹੋ ਗਿਆ। ਇੱਕ ਦੁਨਿਆਵੀ ਫਲ ਹੁੰਦੇ ਹਨ ਅਤੇ ਸਾਧ ਸੰਗਤ ਜੀ ਇੱਕ ਅਧਿਆਤਮਕ ਫਲ ਹੁੰਦਾ ਹੈ। ਦੁਨਿਆਵੀ ਫਲ ਅਨੇਕਾਂ ਹਨ, ਉਹ ਵੀ ਗੁਰੂ ਪਰਮੇਸ਼ਰ ਦੇ ਬਖਸ਼ਿਸ਼ ਕੀਤੇ ਹੋਏ ਹਨ, ਹੁੰਦੇ ਹਨ, ਉਹਨਾਂ ਦਾ ਵੀ ਸ਼ੁਕਰਾਨਾ ਕਰਨਾ ਬਣਦਾ ਹੈ। ਅਤੇ ਜਿਹੜਾ ਜੀਵਨ ਦਾ ਮਨੋਰਥ ਹੈ, ਉਹ ਹੈ ਜੀਵ ਦਾ ਪ੍ਰਮਾਤਮਾ ਦੇ ਨਾਲ ਅਭੇਦ ਹੋ ਜਾਣਾ, ਸਵਾਸ ਸਵਾਸ ਉਸ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਪੈਣਾ, ਜਿਸ ਨੂੰ ਫਰਮਾਇਆ ਗਿਆ ਹੈ, ਕਿਉ ਸਵਣਾ ਕਿਉ ਜਾਗਣਾ ਗੁਰਮੁਖ ਤੇ ਪਰਵਾਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਸੇ ਪੂਰੇ ਪੁਰਖ ਪ੍ਰਧਾਨ। ਤੋ ਕਹਿੰਦੇ ਜਿਹੜਾ ਮਨ ਦਾ ਮਨੋਰਥ ਸੀ ਨਾ, ਜਿਹੜੀ ਇੱਛਾ ਸੀ, ਉਹ ਪੂਰੀ ਹੋ ਗਈ। ਪ੍ਰਭ ਆਪਣਾ ਸਦਾ ਧਿਆਇਆ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਆਪਣਾ ਪ੍ਰਭੂ ਨੂੰ ਜਾਣ ਕੇ ਪ੍ਰਭੂ ਦਾ ਧਿਆਨ ਧਰਿਆ, ਪ੍ਰਭੂ ਦਾ ਸਿਮਰਨ ਕੀਤਾ, ਵਾਹਿਗੁਰੂ ਜੀ ਨੂੰ ਯਾਦ ਕੀਤਾ। ਕਿਉਂਕਿ ਸ਼ੁਰੂ ਦੇ ਵਿੱਚ ਜਪਣਾ ਪੈਂਦਾ ਹੈ, ਧਿਆਨ ਬਾਅਦ ਦੇ ਵਿੱਚ ਟਿਕਦਾ ਹੈ। ਪੁੱਤਰ ਦਾ ਧਿਆਨ ਨਹੀਂ ਧਰਨਾ ਪੈਂਦਾ, ਮਿੱਤਰ ਦਾ, ਜ਼ਮੀਨ ਜਾਇਦਾਦ ਦਾ ਧਿਆਨ ਨਹੀਂ ਧਰਨਾ ਪੈਂਦਾ, ਉਹਨਾਂ ਨੂੰ ਜਪਣਾ ਨਹੀਂ ਪੈਂਦਾ, ਉਹਨਾਂ ਦਾ ਆਪਣੇ ਆਪ ਹੀ ਧਿਆਨ ਉਹਨਾਂ ਦੇ ਵਿੱਚ ਟਿਕਿਆ ਰਹਿੰਦਾ ਹੈ ਜੀਵ ਦਾ। ਪ੍ਰਮਾਤਮਾ ਦੇ ਵਿੱਚ ਧਿਆਨ ਟਿਕ ਜਾਵੇ, ਇਸ ਵਾਸਤੇ ਜਪਣਾ ਪੈਂਦਾ ਹੈ। ਜਪ ਜਪ ਕੇ ਕਹਿੰਦੇ ਜਿਨ੍ਹਾਂ ਨੇ ਫਿਰ ਧਿਆਨ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਿਆ, ਨਾਮ ਦੇ ਨਾਲ ਜੋੜਿਆ, ਉਹਨਾਂ ਨੂੰ ਫਿਰ ਜੀਵਨ ਦਾ ਮਨੋਰਥ ਉਹਨਾਂ ਦਾ ਰਾਸ ਹੋ ਗਿਆ।
ਜੀਵ ਈਸ਼ ਦਾ ਜਿਹੜਾ ਭੇਦ ਸੀ ਉਹ ਮਿਟ ਗਿਆ। ਸੰਤ ਤਿਸ ਬਿਨ ਆਵਰ ਨਾ ਕੋਈ। ਕਹਿੰਦੇ ਹੁਣ ਐਸੇ ਜਿਹੜੇ ਗੁਰਮੁਖ ਹਨ, ਮਹਾਂਪੁਰਸ਼ ਹਨ, ਉਹ ਜਿੱਧਰ ਜਿੱਧਰ ਵੀ ਦੇਖਦੇ ਹਨ ਉਹਨਾਂ ਨੂੰ ਵਾਹਿਗੁਰੂ ਜੀ ਦੀ ਹੀ ਜੋਤ ਦਿਖਾਈ ਦਿੰਦੀ ਹੈ। ਵਾਹਿਗੁਰੂ ਜੀ ਤੋਂ ਬਗੈਰ ਹੋਰ ਕੋਈ ਨਹੀਂ। ਕਾਰਨ ਕਾਰਨ ਪ੍ਰਭ ਸੋਈ। ਸਾਰੇ ਕਾਰਨਾਂ ਨੂੰ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਹੈ। ਕਰਤਾ ਵੀ ਆਪ ਹੈ, ਕਾਰਨ ਵੀ ਆਪ ਹੈ। ਸਾਰੇ ਜੀਵਾਂ ਦੇ ਵਿੱਚ, ਜਿੰਦ ਅਤੇ ਨਿਰਜਿੰਦ ਦੇ ਵਿੱਚ, ਜੜ ਅਤੇ ਚੇਤਨ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਸਮਾਇਆ ਹੋਇਆ ਹੈ। ਰਹਾਉ ਪ੍ਰਭ ਆਪਣਾ ਵਾਰ ਦੀਨੇ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਫਿਰ ਆਪਣੇ ਪਿਆਰਿਆਂ ਨੂੰ ਐਸੀ ਦਾਤ ਦਿੰਦੇ ਹਨ, ਐਸਾ ਵਰ ਦੇ ਦਿੰਦੇ ਹਨ। ਸਗਲ ਜੀ ਵਸ ਕੀਨੇ। ਜਿਤਨੇ ਵੀ ਜੀਵ ਹਨ ਉਹ ਫਿਰ ਸਾਰੇ ਉਹਨਾਂ ਦੇ ਵਸ ਦੇ ਵਿੱਚ ਹੋ ਜਾਂਦੇ ਹਨ। ਜਿਤਨੀਆਂ ਵੀ ਜੜ ਚੇਤਨ ਵਸਤੂਆਂ ਹੁੰਦੀਆਂ ਹਨ ਸਭ ਉਹਨਾਂ ਦੇ ਹੁਕਮ ਦੇ ਵਿੱਚ ਚੱਲਣ ਲੱਗ ਪੈਂਦੀਆਂ ਹਨ। ਜਿਵੇਂ ਭਗਤਾਂ ਨੇ ਫਰਮਾਇਆ ਵੀ ਹੁਣ ਗੰਗਾ ਨਹੀਂ ਡੋਬ ਸਕਦੀ। ਗੰਗ ਗੁਸਾਇਨ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਹੁਣ ਕਹਿੰਦੇ ਸਾਰੀਆਂ ਵਸਤੂਆਂ, ਸਾਰੀਆਂ ਸ਼ਕਤੀਆਂ ਵਸ ਦੇ ਵਿੱਚ ਹੋ ਗਈਆਂ। ਜਨ ਨਾਨਕ ਨਾਮ ਧਿਆਇਆ। ਸਤਿਗੁਰੂ ਜੀ ਜਿਗਿਆਸੂ ਰੂਪ ਹੋ ਕੇ ਫਰਮਾਉਂਦੇ ਹਨ, ਜਿਨ੍ਹਾਂ ਨੇ ਦਾਸ ਬਣ ਕੇ ਉਸ ਵਾਹਿਗੁਰੂ ਜੀ ਦਾ ਨਾਮ ਧਿਆਇਆ, ਨਾਮ ਦੇ ਵਿੱਚ ਆਪਣਾ ਧਿਆਨ ਜੋੜਿਆ, ਤਾ ਸਗਲੇ ਦੁੱਖ ਮਿਟਾਇਆ। ਫਿਰ ਵਾਹਿਗੁਰੂ ਜੀ ਦੀ ਬਰਕਤ ਦੇ ਨਾਲ ਉਹਨਾਂ ਦੇ ਹਰ ਤਰ੍ਹਾਂ ਦੇ ਦੁੱਖ ਜਿਹੜੇ ਹਨ ਉਹ ਵਾਹਿਗੁਰੂ ਜੀ ਮਿਟਾ ਦਿੰਦੇ ਹਨ। ਕਿਉਂਕਿ ਜਿੱਥੇ ਵਾਹਿਗੁਰੂ ਜੀ ਦੀ ਯਾਦ ਆ ਜਾਵੇ ਉੱਥੇ ਫਿਰ ਦੁੱਖਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਓ। ਵਾਹਿਗੁਰੂ ਜੀ ਤੇ ਯਾਦ ਤੋਂ ਬਗੈਰ ਜੀਵਣਾ ਕੋਈ ਜੀਵਣਾ ਨਹੀਂ। ਮਰਨੰ ਬਿਸਰਨੰ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਮੂਲ ਰੂਪ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਨੂੰ ਸਮਝਾਇਆ ਹੈ ਕਿ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਚਾਹੀਦਾ ਹੈ ਭਾਈ, ਗੁਰੂ ਵਾਲੇ ਬਣਨਾ ਚਾਹੀਦਾ ਹੈ। ਅਸਲ ਜੀਵਨ ਦੀ ਪ੍ਰਾਪਤੀ ਗੁਰੂ ਵਾਲੇ ਬਣਨ ਤੋਂ ਬਗੈਰ ਨਹੀਂ ਹੋ ਸਕਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ। ਸ਼ੁਭ ਸਿੱਖਿਆ, ਸ਼ੁਭ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਪ੍ਰਭ ਆਪਣਾ ਵਾਰ ਦੀਨੇ, ਸਗਲ ਜੀ ਵਸ ਕੀਨੇ। ਜਨ ਨਾਨਕ ਨਾਮ ਧਿਆਇਆ, ਤਾ ਸਗਲੇ ਦੁੱਖ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।